JS ਟਾਕਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਕਹਾਣੀ ਇੱਕ ਹਿੰਦੀ ਕਹਾਣੀ ਦਾ ਪੰਜਾਬੀ ਅਨੁਵਾਦ ਹੈ ਜੋ ਕਿ ਇੱਕ ਔਰਤ ਵੱਲੋਂ ਦੱਸੀ ਗਈ ਹੈ। ਕੀ ਕਹਿੰਦੇ ਹਨ, ਮੈਂ ਇੱਕ ਦਫ਼ਤਰ ਵਿੱਚ ਕੰਮ ਕਰਦੀ ਹਾਂ। ਮੈਂ ਰੋਜ਼ ਸਵੇਰੇ ਅਤੇ ਸ਼ਾਮ ਬੱਸ ਵਿੱਚ ਆਉਂਦੀ ਜਾਂਦੀ ਹਾਂ। ਮੇਰੀ ਤਬੀਅਤ ਵੀ ਜ਼ਿਆਦਾ ਠੀਕ ਨਹੀਂ ਰਹਿੰਦੀ ਅਤੇ ਗੋਡਿਆਂ ਵਿੱਚ ਵੀ ਤੇਜ਼ ਦਰਦ ਰਹਿੰਦਾ ਹੈ, ਪਰ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਜਬੂਰੀ ਵਿੱਚ ਮੈਨੂੰ ਇਹ ਕੰਮ ਕਰਨਾ ਪੈਂਦਾ ਹੈ। ਇੱਕ ਦਿਨ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਦਫ਼ਤਰ ਤੋਂ ਛੁੱਟੀ ਕਰਕੇ ਘਰ ਵਾਪਸ ਜਾਣ ਲਈ ਬੱਸ ਤੇ ਚੜ੍ਹੀ ਤਾਂ ਦੇਖਿਆ ਸਾਰੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਬੈਠਣ ਲਈ ਕੋਈ ਵੀ ਸੀਟ ਖਾਲੀ ਨਹੀਂ ਸੀ। ਤਾਂ ਮਨ ਹੀ ਮਨ ਵਿੱਚ ਸੋਚਦੀ ਸੀ ਕਿ ਮੇਰੇ ਗੋਡਿਆਂ ਵਿੱਚ ਵੀ ਦਰਦ ਬਹੁਤ ਜ਼ਿਆਦਾ ਹੈ, ਖੜੇ ਹੋਣਾ ਵੀ ਮੁਸ਼ਕਲ ਹੈ। ਹੁਣ ਐਦਾਂ ਹੀ ਔਖੇ ਸੌਖੇ ਹੋ ਕੇ ਪੂਰੇ ਰਸਤੇ ਘਰ ਜਾਣਾ ਪੈਣਾ। ਇੰਨੇ ਨੂੰ ਇੱਕ ਮਜ਼ਦੂਰ ਔਰਤ ਜੋ ਕਿ ਆਪਣੀ ਸੀਟ ਤੇ ਬੈਠੀ ਸੀ, ਉਸਨੇ ਮੈਨੂੰ ਆਵਾਜ਼ ਲਗਾਈ, ਬੀਬੀ ਜੀ ਤੁਸੀਂ ਇੱਥੇ ਆ ਕੇ ਬੈਠ ਜਾਓ। ਉਹ ਆਪ ਉੱਠ ਗਈ ਤੇ ਮੈਨੂੰ ਸੀਟ ਦੇ ਦਿੱਤੀ। ਫਿਰ ਕੁਝ 10 ਮਿੰਟਾਂ ਬਾਅਦ ਇੱਕ ਬੱਸ ਸਟਾਪ ਤੇ ਬੱਸ ਰੁਕੀ ਤੇ ਮੇਰੇ ਆਲੇ ਦੁਆਲੇ ਦੇ ਲੋਕ ਥੱਲੇ ਉਤਰ ਗਏ ਤੇ ਮੇਰੇ ਨਾਲ ਦੀ ਸੀਟ ਖਾਲੀ ਹੋ ਗਈ। ਫਿਰ ਮੈਂ ਸੋਚਿਆ ਜਿਸਨੇ ਮੈਨੂੰ ਬਿਠਾਇਆ ਹੈ ਹੁਣ ਉਹ ਬੈਠ ਸਕਦੀ ਹੈ ਤੇ ਮੈਂ ਉਸ ਮਜ਼ਦੂਰ ਔਰਤ ਨੂੰ ਆਵਾਜ਼ ਲਗਾਈ, ਆ ਜਾਓ ਤੁਸੀਂ ਇਸ ਸੀਟ ਤੇ ਬੈਠ ਜਾਓ। ਪਰ ਉਹ ਫਿਰ ਵੀ ਨਾ ਆਈ ਤੇ ਉਸਨੇ ਆਪਣੀ ਜਗ੍ਹਾ ਤੇ ਇੱਕ ਹੋਰ ਔਰਤ ਨੂੰ ਭੇਜ ਦਿੱਤਾ ਜਿਸ ਦੇ ਕੋਲ ਇੱਕ ਛੋਟਾ ਬੱਚਾ ਸੀ ਜੋ ਬਹੁਤ ਰੋ ਰਿਹਾ ਸੀ ਤੇ ਬੈਠਣ ਤੋਂ ਬਾਅਦ ਉਹ ਚੁੱਪ ਹੋ ਗਿਆ। ਫਿਰ ਦੁਬਾਰਾ 10 ਮਿੰਟਾਂ ਬਾਅਦ ਬੱਸ ਦੁਬਾਰਾ ਇੱਕ ਬੱਸ ਸਟਾਪ ਤੇ ਰੁਕੀ ਅਤੇ ਉਹ ਬੱਚੇ ਵਾਲੀ ਔਰਤ ਥੱਲੇ ਉਤਰ ਗਈ। ਹੁਣ ਸੀਟ ਇੱਕ ਵਾਰੀ ਫਿਰ ਖਾਲੀ ਹੋ ਗਈ ਸੀ। ਫਿਰ ਮੈਂ ਉਸ ਮਜ਼ਦੂਰ ਔਰਤ ਨੂੰ ਆਵਾਜ਼ ਲਗਾਈ, ਹੁਣ ਤੁਸੀਂ ਇੱਥੇ ਆ ਜਾਓ ਤੇ ਬੈਠ ਜਾਓ। ਇਸ ਵਾਰੀ ਵੀ ਉਸਨੇ ਇੱਕ ਬਜ਼ੁਰਗ ਨੂੰ ਭੇਜ ਦਿੱਤਾ। ਫਿਰ 5-7 ਮਿੰਟਾਂ ਬਾਅਦ ਉਹ ਬਜ਼ੁਰਗ ਵੀ ਉਤਰ ਗਿਆ। ਹੁਣ ਬੱਸ ਤਕਰੀਬਨ ਖਾਲੀ ਹੋਣ ਵਾਲੀ ਸੀ ਕਿਉਂਕਿ ਜ਼ਿਆਦਾ ਲੋਕ ਬੱਸ ਤੋਂ ਥੱਲੇ ਉਤਰ ਰਹੇ ਸਨ। ਮੇਰਾ ਵੀ ਆਖਰੀ ਸਟਾਪ ਸੀ। ਹੋਰ 8-10 ਮਿੰਟਾਂ ਤੱਕ ਅਗਲੇ ਸਟਾਪ ਤੇ ਮੈਂ ਵੀ ਉਤਰ ਜਾਣਾ ਸੀ ਤੇ ਉਸ ਮਜ਼ਦੂਰ ਔਰਤ ਦਾ ਵੀ ਆਖਰੀ ਸਟਾਪ ਸੀ। ਫਿਰ ਮੈਂ ਉਸ ਮਜ਼ਦੂਰ ਔਰਤ ਨੂੰ ਕਿਹਾ ਕਿ ਹੁਣ ਆ ਜਾਓ, ਇੱਥੇ ਬੈਠ ਜਾਓ, ਹੁਣ ਜ਼ਿਆਦਾ ਸੀਟਾਂ ਖਾਲੀ ਹਨ। ਆਖਰਕਾਰ ਉਹ ਮਜ਼ਦੂਰ ਔਰਤ ਆ ਕੇ ਬੈਠ ਗਈ ਅਤੇ ਫਿਰ ਮੈਂ ਉਸ ਔਰਤ ਨੂੰ ਪੁੱਛਿਆ ਕਿ ਸੀਟ 3 ਵਾਰੀ ਖਾਲੀ ਹੋਈ ਪਰ ਤੁਸੀਂ ਆ ਕੇ ਕਿਉਂ ਨਹੀਂ ਬੈਠੇ? ਤਾਂ ਮਜ਼ਦੂਰ ਔਰਤ ਕਹਿਣ ਲੱਗੀ, ਮੈਂ ਤੁਹਾਨੂੰ ਬੱਸ ਸਟੈਂਡ ਤੇ ਦੇਖਿਆ ਸੀ, ਦੇਖ ਕੇ ਲੱਗਦਾ ਸੀ ਤੁਹਾਡੇ ਪੈਰਾਂ ਵਿੱਚ ਦਰਦ ਹੈ, ਤਾਂ ਸਭ ਤੋਂ ਪਹਿਲਾਂ ਮੈਂ ਆਪਣੀ ਸੀਟ ਤੁਹਾਨੂੰ ਦਿੱਤੀ। ਫਿਰ ਜਦੋਂ ਦੁਬਾਰਾ ਸੀਟ ਖਾਲੀ ਹੋਈ ਮੈਂ ਦੇਖਿਆ ਇੱਕ ਬੱਚਾ ਰੋ ਰਿਹਾ ਸੀ ਤੇ ਉਸ ਦੀ ਮਾਂ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਬੱਚਾ ਨਹੀਂ ਚੁੱਪ ਹੋ ਰਿਹਾ ਸੀ। ਫਿਰ ਮੈਂ ਸੀਟ ਉਸ ਨੂੰ ਦੇ ਦਿੱਤੀ। ਫਿਰ ਐਦਾਂ ਹੀ ਮੈਂ ਉਸ ਬਜ਼ੁਰਗ ਨੂੰ ਦੇਖਿਆ ਜਿਸ ਦਾ ਖੜੇ ਹੋ ਕੇ ਸਫ਼ਰ ਕਰਨਾ ਮੁਸ਼ਕਿਲ ਸੀ ਤਾਂ ਮੈਂ ਉਸ ਨੂੰ ਬਿਠਾ ਦਿੱਤਾ। ਫਿਰ ਮੈਂ ਉਸ ਮਜ਼ਦੂਰ ਔਰਤ ਨੂੰ ਪੁੱਛਿਆ, ਤੁਸੀਂ ਰੋਜ਼ ਐਦਾਂ ਹੀ ਕਰਦੇ ਹੋ ਜਾਂ ਸਿਰਫ ਅੱਜ ਹੀ ਕਰਨ ਲੱਗੇ ਹੋ? ਤਾਂ ਮਜ਼ਦੂਰ ਔਰਤ ਨੇ ਕਿਹਾ, ਰੋਜ਼ ਕਰਦੀ ਹਾਂ। ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਹਨ ਕਿ ਮੈਂ ਦੂਸਰਿਆਂ ਦੀ ਮਦਦ ਕਰ ਸਕਾਂ, ਕੁਝ ਦਾਨ ਪੁੰਨ ਕਰ ਸਕਾਂ, ਕਿਉਂਕਿ ਮੈਂ ਇੰਨਾ ਕਮਾਨੀ ਨਹੀਂ ਹਾਂ। ਇਸ ਲਈ ਲੋਕ ਸੇਵਾ ਕਰਨ ਲਈ ਛੋਟੇ-ਮੋਟੇ ਕੰਮ ਕਰਦੀ ਹਾਂ। ਬੱਸ ਵਿੱਚ ਜਦ ਕਿਸੇ ਜ਼ਰੂਰਤਮੰਦ ਨੂੰ ਦੇਖਦੀ ਹਾਂ ਤਾਂ ਉਹਨਾਂ ਨੂੰ ਆਪਣੀ ਸੀਟ ਦੇ ਦਿੰਦੀ ਹਾਂ ਤੇ ਰਸਤੇ 'ਚ ਕੋਈ ਪੱਥਰ ਦੇਖਦੀ ਹਾਂ ਉਸ ਨੂੰ ਇੱਕ ਪਾਸੇ ਕਰ ਦਿੰਦੀ ਹਾਂ। ਰਸਤੇ ਵਿੱਚ ਕੋਈ ਖੱਡਾ ਜਾਂ ਕੋਈ ਟੋਇਆ ਪਿਆ ਦੇਖਦੀ ਹਾਂ ਤਾਂ ਉਸ ਨੂੰ ਮਿੱਟੀ ਨਾਲ ਭਰ ਦਿੰਦੀ ਹਾਂ। ਕਦੀ-ਕਦੀ ਜੋ ਦਰਖਤ ਜਾਂ ਬੂਟੇ ਸੜਕ ਦੇ ਕਿਨਾਰੇ ਲੱਗੇ ਹਨ ਉਹਨਾਂ ਨੂੰ ਪਾਣੀ ਵੀ ਪਾ ਦਿੰਦੀ ਹਾਂ ਅਤੇ ਹੋਰ ਵੀ ਉਹ ਸਭ ਕੁਝ ਕਰਦੀ ਹਾਂ ਜੋ ਮੈਂ ਆਸਾਨੀ ਨਾਲ ਕਰ ਸਕਦੀ ਹਾਂ। ਬਸ ਏਦਾਂ ਹੀ ਛੋਟੇ-ਮੋਟੇ ਕੰਮ ਕਰਕੇ ਲੋਕ ਸੇਵਾ ਕਰਦੀ ਹਾਂ। ਇਹ ਸਭ ਸੁਣ ਕੇ ਮੈਨੂੰ ਸਮਝ ਆ ਗਿਆ ਕਿ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ। ਗਿਆਨ ਤਾਂ ਸਾਰਿਆਂ ਦੇ ਕੋਲ ਹੀ ਹੈ, ਪਰ ਉਸ ਗਿਆਨ ਦਾ ਸਹੀ ਇਸਤੇਮਾਲ ਕਰਕੇ ਦੂਸਰਿਆਂ ਦੀ ਖੁਸ਼ੀ ਲਈ ਕੁਝ ਕਰਨਾ ਹੀ ਸੇਵਾ ਹੈ। ਕਿਉਂਕਿ ਸੇਵਾ ਕਰਨ ਲਈ ਸਾਨੂੰ ਕਿਸੇ ਸਪੈਸ਼ਲ ਜਗ੍ਹਾ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਲੋੜ ਨਹੀਂ ਹੈ। ਅਸੀਂ ਜਿੱਥੇ ਹਾਂ, ਜਿਸ ਤਰ੍ਹਾਂ ਦੇ ਵੀ ਹਾਂ, ਬੜੀ ਆਸਾਨੀ ਨਾਲ ਕਰ ਸਕਦੇ ਹਾਂ ਅਤੇ ਆਪਣੀ ਤੇ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆ ਸਕਦੇ ਹਾਂ। ਧੰਨਵਾਦ ਦੋਸਤੋ। ਅਗਰ ਤੁਹਾਡੀ ਵੀ ਕੋਈ ਹੱਡਬੀਤੀ ਜਾਂ ਕਹਾਣੀ ਹੈ ਜੋ ਤੁਹਾਨੂੰ ਪ੍ਰੇਰਿਤ ਕਰਦੀ ਹੈ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਦੇ ਸਕਦੀ ਹੈ, ਅਗਰ ਤੁਸੀਂ ਦੂਸਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੀ ਈਮੇਲ ਆਈਡੀ ਤੇ ਭੇਜ ਸਕਦੇ ਹੋ। ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਆਪਣੇ ਹੋਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਰੋਚਕ ਕਹਾਣੀਆਂ, ਕਿੱਸੇ ਅਤੇ ਵਿਸ਼ਿਆਂ ਤੇ ਗੱਲਬਾਤ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।